ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸੜਕਾਂ ਤੇ ਜਾਂਦੇ ਹੋਏ ਆਪਣੇ ਸ਼ਹਿਰ ਪਿੰਡ ਜਾਂ ਇੱਥੋਂ ਤੱਕ ਕਿ ਸ਼ਾਹਰਾਹਾਂ ਤੇ ਵੀ ਤੁਹਾਨੂੰ ਕਦੇ ਨਾ ਕਦੇ ਖੁੱਲ੍ਹੇਆਮ ਮਿਲ ਰਹੀਆਂ ਗਾਵਾਂ ਦੇ ਦੀਦਾਰ ਹੁੰਦੇ ਹੀ ਹੋਣੇ ਆ। ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਗਾਵਾਂ ਸੜਕਾਂ ਤੇ ਕਿਉਂ ਨੇ? ਸ਼ਾਇਦ ਨਹੀਂ, ਪਰ ਅੱਜ ਅਸੀਂ ਜੋ ਤੱਥ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਵੀ ਉਹੀ ਜਾਣਨਾ ਚਾਹੋਗੇ ਕਿ ਜੋ ਇਹ ਖੁੱਲ੍ਹੇਆਮ ਘੁੰਮ ਰਹੀਆਂ ਗਾਵਾਂ ਨੇ ਇਹ ਪੁੱਛ ਰਹੀਆਂ ਨੇ ਕਾਓ ਦੇ ਸਵਾਲ ਤੇ ਸੈਸ ਦਾ ਕਿੱਥੇ ਇਸਤੇਮਾਲ। ਤਾਂ ਤੁਸੀਂ ਸੁਣ ਕੇ ਹੈਰਾਨ ਹੋਏ ਹੋਗੇ ਕਿ ਗਾਵਾਂ ਆਖਿਰ ਸਵਾਲ ਕਿਵੇਂ ਕਰ ਸਕਦੀਆਂ ਨੇ, ਪਰ ਸਵਾਲ ਕਰਨੇ ਹੀ ਪੈਂਦੇ ਐ ਤੇ ਇਹ ਸਵਾਲ ਉਸ ਸਥਾਨਕ ਪ੍ਰਸ਼ਾਸਨ ਤੋਂ ਨੇ ਜਿਹੜਾ ਗਾਵਾਂ ਦੇ ਨਾਂ ਤੇ ਕਰੋੜਾਂ ਰੁਪਏ ਸੈਸ ਦੇ ਤੌਰ ਤੇ ਇਕੱਠੇ ਕਰਦਾ ਹੈ ਤੇ ਇਹਨਾਂ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਦਿੰਦਾ। ਸਭ ਤੋਂ ਪਹਿਲੀ ਤਸਵੀਰ ਬਠਿੰਡਾ ਤੋਂ। ਬਠਿੰਡਾ ਦੇ ਲੋਕ ਅਵਾਰਾ ਪਸ਼ੂਆਂ ਤੋਂ ਇਸ ਕਦਰ ਪਰੇਸ਼ਾਨ ਨੇ ਕਿ ਸੜਕਾਂ ਦੇ ਉੱਪਰ ਬਾਜ਼ਾਰਾਂ ਦੇ ਵਿੱਚ ਅਵਾਰਾ ਪਸ਼ੂ ਘੁੰਮਦੇ ਆਮ ਨਜ਼ਰ ਆਉਣਗੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਜਾਂਦੀ ਹੈ ਅਵਾਰਾ ਪਸ਼ੂ ਸੜਕਾਂ ਤੇ ਮੰਡੀ ਦੇ ਵਿੱਚ ਗੰਦਗੀ ਦੇ ਵਿੱਚ ਮੂੰਹ ਮਾਰਦੇ ਨਜ਼ਰ ਆ ਰਹੇ ਨੇ। जी हाँ, बठिंडा तो साडे सहयोगी सूरजपान जो दस रहे ने और 100% सच है। शहर दी कोई गली सड़क नुक्कर ਜਾਂ ਥਾਂ ਅਜਿਹੀ ਨਹੀਂ ਜਿੱਥੇ ਨਾ ਆਵਾਰਾ ਜਾਨਵਰਾਂ ਦੀ ਹੋਂਦ ਨਾ ਦਿਖਾਈ ਦੇ ਰਹੀ ਹੋਵੇ। ਪਾਰਕ ਲੋਕਾਂ ਲਈ ਬਣਾਏ ਗਏ ਸਨ ਪਰ ਇਹਨਾਂ ਵਿੱਚ ਆਰਾਮ ਫਰਮਾ ਰਹੇ ਨੇ ਜਾਨਵਰ। ਇਹ ਢੱਠਾਂ ਤੇ ਗਾਂ ਬਠਿੰਡਾ ਦੇ ਬਾਜ਼ਾਰਾਂ ਵਿੱਚ ਸ਼ਾਪਿੰਗ ਕਰਨ ਨਹੀਂ ਨਿਕਲੇ, ਸਗੋਂ ਇਹ ਤਾਂ ਉਹਨਾਂ ਲੋਕਾਂ ਨੂੰ ਲੱਭ ਰਹੇ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਂ ਤੇ ਇਕੱਠਾ ਕੀਤਾ ਸੀ ਟੈਕਸ। ਤੇ ਟੈਕਸ ਵੀ ਕੁਝ 100 ਜਾਂ 1000 ਜਾਂ ਲੱਖ ਨਹੀਂ ਸਗੋਂ ਕਰੋੜਾਂ ਵਿੱਚ। ਪਰ ਕਰੋੜਾਂ ਦਾ ਟੈਕਸ ਇਕੱਠਾ ਹੋਣ ਤੋਂ ਬਾਅਦ ਇਸ ਦੀ ਵਰਤੋਂ ਕੀ ਕੀਤੀ ਗਈ, ਇਸ ਦਾ ਕੋਈ ਜਵਾਬ ਨਹੀਂ। ਹਾਲਾਤ ਇਹ ਨੇ ਕਿ ਆਮ ਲੋਕ ਹੀ ਇਸ ਅਣਗਹਿਲੀ ਦਾ ਨਤੀਜਾ ਭੁਗਤ ਰਹੇ ਨੇ। ਬਠਿੰਡੇ ਦੇ ਵਿੱਚ ਆਵਾਰਾ ਪਸ਼ੂਆਂ ਦੇ ਇੰਨੇ ਕਿ ਮਾੜੇ ਹਾਲਾਤ ਹੋਏ ਪਏ ਨੇ, ਜਿਹੜੀ ਮਰਜ਼ੀ ਸੜਕ ਤੇ ਚਲੇ ਜਾਓ ਤੁਹਾਨੂੰ ਆਵਾਰਾ ਪਸ਼ੂ ਹੀ ਟੱਕਰਨਗੇ। ਡੇਲੀ ਕੋਈ ਨਾ ਕੋਈ ਤੁਸੀਂ ਦੇਖੋ ਹਰ ਇੱਕ ਸੜਕ ਤੇ ਕੋਈ ਨਾ ਕੋਈ ਹਾਦਸਾ ਹੁੰਦਾ, ਕਈ ਘਰ ਉਜੜ ਗਏ, ਕਈ ਖਰਾਬ ਹੋ ਗਏ। ਇਹਨਾਂ ਦਾ ਵੀ ਕੋਈ ਹਾਲਾਤ ਕਰੋ ਨਾ ਵੀ ਲੋਕਾਂ ਦੀਆਂ ਜ਼ਿੰਦਗੀਆਂ ਬਚ ਜਾਣ। ਜਿਹੜਾ ਤੁਸੀਂ ਆ ਦੇਖਿਆ ਹੀ ਹੈਗਾ ਸਾਸੀ ਕਿੰਨੇ ਨਰਕ 'ਚ ਰਹਿ ਰਹੇ ਹੈਗੇ ਆ। ਮੇਰੇ ਖਿਆਲ ਸਰਕਾਰ ਕੋਲੋਂ ਕਰੋੜਾਂ ਰੁਪਇਆ ਗਊ ਅਸੈਸ ਇਕੱਠਾ ਹੋ ਗਿਆ ਹੋਣਾ ਔਰ 1 ਰੁਪਿਆ ਨਹੀਂ ਸਾਨੂੰ ਲੱਗਦਾ ਹੈਗਾ ਕਿ ਇਸ ਪ੍ਰੋਜੈਕਟ ਤੇ ਕੋਈ ਲਾਇਆ ਗਿਆ ਹੋਵੇ। ਸਾਡੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਬੇਜ਼ੁਬਾਨ ਪਸ਼ੂਆਂ ਦਾ ਵੀ ਕੋਈ ਜਗ੍ਹਾ ਬਣਾਈ ਜਾਵੇ ਜਿੱਥੇ ਇਹਨਾਂ ਨੂੰ ਕੋਈ ਖਾਣ ਪੀਣ ਨੂੰ ਜਾਂ ਮਿਲ ਜਾਵੇ। ਮੰਡੀ ਦੇ ਵਿੱਚ ਵੀ ਇਹ ਭੁੱਖੇ ਰਹਿ ਰਹੇ ਹੈਗੇ ਨੇ ਕਿਉਂਕਿ ਜਿਹੜੇ ਪਸ਼ੂ ਹੈਗੇ ਨੇ ਇਹਨਾਂ ਦੇ ਜਾਂ ਤਾਂ ਕੋਈ ਰਿਫਲੈਕਟਰ ਲਾਏ ਜਾਣ ਕਿ ਜਿਹੜਾ ਦੂਰ ਤੋਂ ਨਜ਼ਰ ਆਵੇ। ਬਹੁਤ ਜ਼ਿਆਦਾ ਇੰਨੀ ਬੰਦੇ ਦੀ ਪਰੇਸ਼ਾਨੀ ਨਹੀਂ ਹੈ ਜਿੰਨੇ ਪਸ਼ੂ ਬਚਾ ਕੇ ਚੱਲਦੇ ਜਿਹੜੇ ਵਹੀਕਲ ਲੈ ਕੇ ਜਾਣਾ, ਮੋਟਰਸਾਈਕਲ ਲੈ ਕੇ ਜਾਣਾ, ਪਸ਼ੂਆਂ ਕਨੂੰ ਵੱਧ ਧਿਆਨ ਹੁੰਦਾ ਪਰ ਸੜਕ 'ਤੇ ਮੇਨ ਬੰਦੇ ਕਨੂੰ ਧਿਆਨ ਨਹੀਂ ਹੁੰਦਾ ਵੀ ਕੋਈ ਪਸ਼ੂ ਨਾ ਇੱਕ ਕੁਦਰਤੀ ਅੱਗੇ ਆ ਜਾਂਦਾ। ਇਹ ਬਠਿੰਡਾ ਦੀ ਨਗਰ ਕਾਰਪੋਰੇਸ਼ਨ ਹੈ ਜਿੱਥੇ ਉਹਨਾਂ ਕਰੋੜਾਂ ਰੁਪਈਆਂ ਦਾ ਹਿਸਾਬ ਰੱਖਿਆ ਗਿਆ ਹੈ ਜੋ ਇਹਨਾਂ ਗਾਵਾਂ ਅਤੇ ਢੱਠਿਆਂ ਦੀ ਦੇਖ-ਰੇਖ ਦੇ ਨਾਂ ਤੇ ਤੁਹਾਡੇ ਕੋਲੋਂ ਟੈਕਸ ਵਜੋਂ ਇਕੱਠੇ ਕੀਤੇ ਗਏ ਸਨ। ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਬਠਿੰਡਾ ਦੀ ਨਗਰ ਕਾਰਪੋਰੇਸ਼ਨ ਦੇ ਕੋਲ 3 ਕਰੋੜ ਰੁਪਏ ਇਕੱਠੇ ਹੋਏ ਨੇ ਕਾਓ ਸੈਸ ਦੇ ਨਾਂ ਤੇ। ਪਰ ਜਦੋਂ ਕਰੋੜਾਂ ਦੀ ਇਸ ਫੰਡਿੰਗ ਤੇ ਜਵਾਬ ਮੰਗਿਆ ਗਿਆ ਤਾਂ ਕੋਈ ਅਹੁਦੇਦਾਰ ਜਾਂ ਅਧਿਕਾਰੀ ਕੈਮਰੇ ਮੂਹਰੇ ਆਉਣ ਦੇ ਲਈ ਤਿਆਰ ਹੀ ਨਹੀਂ। ਅਜਿਹੇ ਵਿੱਚ ਕਿਵੇਂ ਹੋਵੇਗਾ ਕਰੋੜਾਂ ਦੇ ਕਾਓ ਸੈਸ ਦਾ ਪਾਰਦਰਸ਼ੀ ਹਿਸਾਬ? ਸਵਾਲ ਕਾਇਮ ਹੈ। ਗਊਵੰਸ਼ ਹੈ ਉਹ ਸੜਕਾਂ ਦੇ ਉੱਪਰ ਨਜ਼ਰ ਆ ਰਿਹਾ ਪਰ ਦੂਸਰੇ ਪਾਸੇ ਨਗਰ ਨਿਗਮ ਦੇ ਕੋਲ ਪੈਸਾ ਤਾਂ ਪਿਆ ਪਰ ਉਹ ਪੈਸਾ ਖਰਚ ਨਹੀਂ ਹੋ ਰਿਹਾ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਨਾਲ ਗੱਲਬਾਤ ਕਰਨੀ ਚਾਹੀ, ਕੋਈ ਵੀ ਕੈਮਰੇ ਦੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ। ਪਰ ਜਾਣਕਾਰੀ ਦੱਸਦੇ ਨੇ ਆਰਟੀਆਈਸੀ 'ਚ ਖੁਲਾਸਾ ਹੋਇਆ ਕਿ ਪਿਛਲੇ 3 ਸਾਲਾਂ ਦੇ ਵਿੱਚ 3 ਕਰੋੜ ਤੋਂ ਜ਼ਿਆਦਾ ਰਕਮ ਇਕੱਠਾ ਹੋਈ ਹੈ ਪਰ ਹਜੇ ਵੀ ਅਵਾਰਾ ਪਸ਼ੂ ਨੇ ਜਾਂ ਗਊਵੰਸ਼ ਹੈ ਉਹ ਸੜਕਾਂ ਦੇ ਉੱਪਰ ਰੁਲਦਾ ਹੋਇਆ ਨਜ਼ਰ ਆ ਰਿਹਾ ਹੈ। ਸੂਰਜਪਾਨ ਨਿਊਜ਼ 18 ਪੰਜਾਬ ਬਠਿੰਡਾ। ਤਾਂ ਤਸਵੀਰਾਂ ਸਿਰਫ ਬਠਿੰਡਾ ਤੋਂ ਹੀ ਨਹੀਂ ਸਗੋਂ ਪੰਜਾਬ ਦੇ ਕਈ ਸ਼ਹਿਰਾਂ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹਾਲਾਂਕਿ ਪਿੰਡਾਂ ਵਾਲਿਆਂ ਦਾ ਹਿਸਾਬ ਥੋੜਾ ਵੱਖਰਾ ਹੈ। ਇਸ ਲਈ ਜਦੋਂ ਕਿਸਾਨਾਂ ਦੀ
ਫਸਲਾਂ ਨੂੰ ਇਹਨਾਂ ਖੁੱਲ੍ਹੇਆਮ ਘੁੰਮ ਰਹੇ ਜਾਨਵਰਾਂ ਨੇ ਖਰਾਬ ਕੀਤਾ ਤਾਂ ਉਹ ਇਹਨਾਂ ਨੂੰ ਰਾਹ ਦਿਖਾ ਦਿੰਦੇ ਨੇ ਡੀਸੀ ਦਫ਼ਤਰ ਦਾ। ਆਵਾਰਾ ਘੁੰਮ ਰਹੇ ਜਾਨਵਰ ਸਿਰਫ ਸ਼ਹਿਰਾਂ ਦੀ ਹੀ ਮੁਸ਼ਕਿਲ ਨਹੀਂ ਨੇ, ਸਗੋਂ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਇਹਨਾਂ ਤੋਂ ਵੀ ਵੱਡੀਆਂ ਨੇ। ਖੂਨ ਪਸੀਨਾ ਵਹਾ ਕੇ ਖੇਤਾਂ ਵਿੱਚ ਪੈਦਾ ਕੀਤੀ ਫਸਲ ਨੂੰ ਜਦੋਂ ਇਹ ਜਾਨਵਰ ਬਰਬਾਦ ਕਰ ਦਿੰਦੇ ਨੇ, ਫਿਰ ਇਹਨਾਂ ਦੇ ਕੋਲ ਜਿਹੜਾ ਰਾਹ ਬਚਦਾ ਹੈ, ਉਸੇ ਰਾਹ ਤੇ ਇਹ ਉਹਨਾਂ ਜਾਨਵਰਾਂ ਨੂੰ ਟਰੱਕਾਂ ਵਿੱਚ ਭਰ ਕੇ, ਟਰਾਲੀਆਂ ਵਿੱਚ ਭਰ ਕੇ ਲੈ ਕੇ ਆਏ ਨੇ। ਇਹ ਤਸਵੀਰਾਂ ਕਿਸੇ ਜਾਨਵਰਾਂ ਦੀ ਮੰਡੀ ਦੀ ਨਹੀਂ ਜਿੱਥੇ ਉਹਨਾਂ ਨੂੰ ਇਹ ਵੇਚਣ ਲਈ ਲਿਆਏ ਹੋਣ, ਸਗੋਂ ਇਹ ਤਾਂ ਸੰਗਰੂਰ ਦਾ ਡੀਸੀ ਦਫ਼ਤਰ ਹੈ। ਜੀ ਹਾਂ, ਕਾਓ ਸੈਸ ਸੰਗਰੂਰ ਦੇ ਵਿੱਚ ਵੀ ਵਸੂਲਿਆ ਜਾਂਦਾ ਹੈ। ਸ਼ਹਿਰੀ ਨਹੀਂ ਸਗੋਂ ਪਿੰਡੂ ਲੋਕ ਵੀ ਕਾਓ ਸੈਸ ਦਿੰਦੇ ਨੇ। ਉਸ ਦੇ ਬਾਵਜੂਦ ਇਹਨਾਂ ਜਾਨਵਰਾਂ ਦਾ ਪ੍ਰਬੰਧ ਨਾ ਹੋਣ ਤੇ ਉਹਨਾਂ ਦੀ ਮਿਹਨਤ ਦੇ ਨਾਲ ਉਗਾਈ ਹੋਈ ਫਸਲ ਆਵਾਰਾ ਜਾਨਵਰਾਂ ਦਾ ਝੁੰਡ ਤਬਾਹ ਕਰ ਦਿੰਦਾ ਹੈ। ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਫਸਲਾਂ ਪੱਕੀਆਂ ਹੋਈਆਂ ਨੇ ਤੇ ਲਗਾਤਾਰ ਜਿਹੜੇ ਆਵਾਰਾ ਪਸ਼ੂ ਨੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਨੇ। ਪ੍ਰਸ਼ਾਸਨ ਕੋਲੇ ਵੀ ਕਿਸਾਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਨੇ ਬਹੁਤ ਗੁਹਾਰ ਲਗਾਈ, ਪਰ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਕਿਸਾਨ ਅੱਕ ਕੇ 3 ਟਰਾਲੀਆਂ ਆਵਾਰਾ ਪਸ਼ੂਆਂ ਦੀਆਂ ਭਰ ਕੇ ਡੀਸੀ ਦਫ਼ਤਰ ਦੇ ਸਾਹਮਣੇ ਲਿਆਏ ਨੇ। ਕਾਓ ਸੈਸ ਦੇ ਨਾਂ ਤੇ ਸੰਗਰੂਰ ਦੇ ਵਿੱਚ ਵੀ ਪ੍ਰਸ਼ਾਸਨ ਦੀ ਕਮਾਈ ਤਾਂ ਜਾਰੀ ਹੈ, ਪਰ ਇਹਨਾਂ ਜਾਨਵਰਾਂ ਦਾ ਇੰਤਜ਼ਾਮ ਕਰਨ ਦਾ ਕੋਈ ਪ੍ਰਬੰਧ ਨਹੀਂ। ਇਹ ਸ਼ਰੇਆਮ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਖੁੱਲੇ ਛੱਡ ਦਿੱਤੇ ਜਾਂਦੇ ਨੇ। ਹੱਲ ਦੇ ਨਾਂ ਤੇ ਸਿਰਫ ਦਿਲਾਸੇ ਮਿਲਦੇ ਨੇ, ਪਰ ਜਾਨਵਰਾਂ ਦੀ ਗਿਣਤੀ ਘਟਣ ਦੀ ਥਾਂ ਤੇ ਵੱਧ ਰਹੀ ਹੈ। ਇਹ ਜੀ ਸਾਡੀ ਮਜਬੂਰੀ ਆ ਗਈ, ਸਾਡੀਆਂ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਕਰ ਰਹੇ ਨੇਗੇ। ਹੁਣ ਫਸਲਾਂ ਪੱਕਣ ਤੇ ਆਈਆਂ ਨੇ, ਇੱਕ ਵਾਰੀ ਜਦੋਂ ਖਾ ਲਈ ਇਹਨਾਂ ਨੇ ਦੁਬਾਰੇ ਫਸਲ ਬੇਕਾਰ ਹੋ ਜੂਗੀ। ਕਿਤੇ ਤੁਸੀਂ ਗੱਲ ਨਹੀਂ ਪਹਿਲਾਂ ਕੀਤੀ, ਪਹਿਲਾਂ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਜਾਂ ਕੀ ਪਰੇਸ਼ਾਨੀ ਆ ਰਹੀ ਆ? ਅਸੀਂ ਜੀ ਬਹੁਤ ਵਾਰ ਕੀਤੀ ਆ, ਪਰ ਪ੍ਰਸ਼ਾਸਨ ਇਹ ਗੱਲ ਦੀ ਕੋਈ ਮਤਲਬ ਉਹ ਨਹੀਂ ਕਰ ਰਿਹਾ ਹੈਗਾ, ਗੌਰ ਨਹੀਂ ਕਰ ਰਿਹਾ। ਪ੍ਰਸ਼ਾਸਨ ਦੇ ਵੱਲ ਦੇਖਦਿਆਂ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਫਿਰ ਟਰਾਲੀਆਂ ਵਿੱਚ ਭਰ ਕੇ ਇਹ ਜਾਨਵਰਾਂ ਨੂੰ ਲੈ ਗਏ ਤੇ ਡੀਸੀ ਦਫ਼ਤਰ ਪਹੁੰਚ ਗਏ। ਤੇ ਅਜਿਹੀਆਂ ਤਸਵੀਰਾਂ ਸਥਾਨਕ ਪ੍ਰਸ਼ਾਸਨ ਦੇ ਦਫ਼ਤਰ ਦੇ ਬਾਹਰ ਨਜ਼ਰ ਆਈਆਂ। ਉਹਨਾਂ ਨੂੰ ਇਹ ਪੁੱਛਣ ਦੇ ਲਈ ਕਿ ਆਖਿਰ ਕਦੋਂ ਤੱਕ ਲੋਕਾਂ ਨੂੰ ਇਹਨਾਂ ਜਾਨਵਰਾਂ ਦੀ ਦਹਿਸ਼ਤ ਨੂੰ ਸਹਿਣ ਕਰਨਾ ਹੋਵੇਗਾ। ਪਸ਼ੂ ਨੇ ਟਰਾਲੀਆਂ ਦੇ ਵਿੱਚ ਫੜੇ ਹੋਏ ਨੇ। ਅਗਰ ਪ੍ਰਸ਼ਾਸਨ ਨਹੀਂ ਗਊਸ਼ਾਲਾ ਦੇ ਵਿੱਚ ਲੈ ਕੇ ਜਾਂਦਾ ਤਾਂ ਅਸੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜਿਹੜੇ ਸਾਡੇ ਟਰਾਲੀਆਂ ਦੇ ਡਾਲੇ ਖੋਲ ਦੇਵਾਂਗੇ, ਪਸ਼ੂਆਂ ਨੂੰ ਇੱਥੇ ਹੀ ਆਵਾਰਾ ਛੱਡਾਂਗੇ ਤਾਂ ਜੋ ਜਿਹੜੇ ਸਾਡੇ ਖੇਤ ਨੇ ਉਹ ਸੁਰੱਖਿਅਤ ਜ਼ਰੂਰ ਰਹਿਣ। ਚਰਨਜੀਤ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ। ਆਵਾਰਾ ਘੁੰਮ ਰਹੇ ਜਾਨਵਰ ਅਸੀਂ ਅਕਸਰ ਕਹਿੰਦੇ ਹਾਂ, ਪਰ ਆਵਾਰਾ ਕਿਉਂ? ਇਹ ਸਵਾਲ ਵਾਰ-ਵਾਰ ਇਸ ਲਈ ਵੀ ਉੱਠ ਰਿਹਾ ਹੈ ਕਿ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਕਾਓ ਸੈਸ ਦੇ ਨਾਂ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ, ਪਰ ਇਸ ਦੀ ਵਰਤੋਂ ਕਿੱਥੇ ਹੋਈ? ਇਹ ਸਵਾਲ ਅੱਜ ਵੀ ਖੜਾ ਹੈ ਤੇ ਸਵਾਲ ਕਰ ਰਹੇ ਨੇ ਜਲੰਧਰ ਦੀ ਸਬਜ਼ੀ ਮੰਡੀ 'ਚ ਕੰਮ ਕਰਨ ਵਾਲੇ ਦੁਕਾਨਦਾਰ। ਬੁਲ ਫਾਈਟਿੰਗ ਖੇਡ ਦਾ ਨਾਂ ਤੁਸੀਂ ਸਿਰਫ ਸਪੇਨ ਵਿੱਚ ਸੁਣਿਆ ਹੋਵੇਗਾ, ਪਰ ਇਹ ਨਜ਼ਾਰਾ ਸਪੇਨ ਦਾ ਨਹੀਂ, ਮੋਗਾ ਦਾ ਹੈ। ਲੱਖਾਂ ਰੁਪਏ ਕਾਓ ਸੈਸ ਦੇ ਨਾਮ ਤੇ ਇਕੱਠਾ ਕਰਨ ਦੇ ਬਾਵਜੂਦ ਵੀ ਮੋਗਾ ਨਿਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਨਿਜਾਤ ਨਹੀਂ ਮਿਲਦੀ। ਆਏ ਦਿਨ ਆਵਾਰਾ ਪਸ਼ੂਆਂ ਦੇ ਕਾਰਨ ਕੋਈ ਨਾ ਕੋਈ ਹਾਦਸੇ ਹੁੰਦੇ ਰਹਿੰਦੇ ਨੇ। ਕਿਤੇ ਆਵਾਰਾ ਪਸ਼ੂ ਲੜਦੇ ਰਹਿੰਦੇ ਨੇ, ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ, ਜਿਸ ਨੂੰ ਲੈ ਕੇ ਆਮ ਲੋਕ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਨੇ। ਪਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕਈ ਹਾਦਸੇ ਜਿਹੜੇ ਆ ਆਏ ਦਿਨ ਹੁੰਦੇ ਨੇ। ਜੀਟੀ ਰੋਡ ਹੋਵੇ, ਚਾਹੇ ਮੋਗਾ ਦੇ ਮੁਹੱਲਾ ਹੋਣ, ਚਾਹੇ ਬਾਜ਼ਾਰ ਹੋਣ, ਕਿਤੇ ਨਾ ਕਿਤੇ ਆਵਾਰਾ ਪਸ਼ੂ ਤੁਹਾਨੂੰ ਇਸ ਤਰ੍ਹਾਂ ਹੀ ਦਿਖਣਗੇ। ਔਰ ਦੂਜੇ ਪਾਸੇ ਜਦੋਂ ਇਹ ਲੜਦੇ ਨੇ ਤੇ ਤਾਂ ਕਾਫੀ ਸਮੱਸਿਆ ਆਉਂਦੀ ਹੈ ਔਰ ਤੋੜ ਭੰਨ ਵੀ ਹੁੰਦੀ ਨੇ। ਦੀਪਕ ਸਿੰਘਲਾ ਜਿਹੜੀ ਤਸਵੀਰ ਦਿਖਾ ਰਹੇ ਨੇ ਉਸ ਦੇ ਵਿੱਚ ਵੱਡੀ ਗੱਲ ਇਹ ਕਿ ਮੋਗਾ ਵੀ ਜਾਨਵਰਾਂ ਦੀ ਲੜਾਈ ਦੀ ਇਸ ਤਸਵੀਰ ਵਿੱਚ ਖੇਡ ਨਹੀਂ, ਖੇਡ ਇਸ ਤਸਵੀਰ ਦੇ ਪਿੱਛੇ ਹੈ, ਕਿਉਂਕਿ ਕਾਓ ਸੈਸ ਮੋਗਾ ਦੇ ਵਿੱਚ ਵੀ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਸੈਸ ਨੂੰ ਇਕੱਠਾ ਕਰਨ ਦਾ ਮਕਸਦ ਵੀ ਇੱਕੋ ਹੁੰਦਾ ਹੈ ਕਿ ਕਿਤੇ ਵੀ ਜਾਨਵਰ ਆਵਾਰਾ ਨਹੀਂ ਘੁੰਮਣ, ਉਹਨਾਂ ਦੇ ਲਈ ਵਕਤ ਤੋਂ ਇੰਤਜ਼ਾਮ ਕੀਤੇ ਜਾਣਗੇ। ਪਰ ਅਜਿਹਾ ਹੋ ਨਹੀਂ ਰਿਹਾ ਅਤੇ ਨਤੀਜਾ ਭੁਗਤ ਰਹੇ ਨੇ ਆਮ ਲੋਕ। ਤੇ ਐਕਸੀਡੈਂਟ ਵਗੈਰਾ ਵੀ ਇਹਨਾਂ ਕਰਕੇ ਬਹੁਤ ਹੁੰਦੇ। ਰਾਤ ਨੂੰ ਹਾਈਵੇ ਤੇ ਦੇਖ ਲਓ। ਵੱਧ ਤੋਂ ਵੱਧ ਗਊਸ਼ਾਲਾ ਬਣਨੀਆਂ ਚਾਹੀਦੀਆਂ ਨੇ ਜਿੱਥੇ ਇਹਨਾਂ ਦਾ ਹੋਣਾ ਚਾਹੀਦਾ ਸਹੀ ਟ੍ਰੀਟਮੈਂਟ। ਆਮ ਬੰਦਾ ਤਾਂ ਇੱਕ ਸਾਈਡ ਤੋਂ ਲੰਘ ਸਕਦਾ ਹੈ ਨਾ, ਪਰ ਇਹਨਾਂ ਨੂੰ ਸਾਂਭ ਤਾਂ ਨਹੀਂ ਸਕਦਾ ਨਾ, ਕਿਉਂਕਿ ਅਚਾਨਕ ਵੀ ਅੱਗੇ ਆ ਜਾਂਦੇ। ਬਿਲਕੁਲ ਆ ਹੁਣ ਆਪਾਂ ਦੇਖ ਲੈਂਦੇ ਹਾਂ
ਆ ਹੁਣੇ ਕੁੱਤੇ ਦੇ ਪਿੱਛੇ ਭੱਜ ਰਿਹਾ ਸੀ, ਕੁੱਤਾ ਅੱਗੇ ਆ ਗਿਆ ਜਾਂ ਇਹ ਆਪ ਅੱਗੇ ਆ ਗਿਆ, ਬੰਦੇ ਦਾ ਤਾਂ ਐਕਸੀਡੈਂਟ ਹੋਣਾ ਹੀ ਹੋਣਾ। ਰੋਜ਼ ਦੀ ਦੇਖਿਆ ਜਾਂਦਾ ਕਿ ਰੋਜ਼ ਆਪਸ 'ਚ ਸਾਰੇ ਪਸ਼ੂ ਜਿਹੜੇ ਲੜਦੇ ਨੇ ਤੇ ਲੜਨ ਕਰਕੇ ਇੱਕ ਦੂਜੇ ਗੱਡੀਆਂ ਦੇ ਵਿੱਚ ਵੀ ਵੱਜਦੇ ਨੇ, ਗੱਡੀਆਂ ਦਾ ਵੀ ਨੁਕਸਾਨ ਹੁੰਦਾ, ਕਈ ਜਾਨੀ ਨੁਕਸਾਨ ਵੀ ਹੁੰਦੇ ਕਈ ਵਾਰੀ। ਇਸ ਕਰਕੇ ਕਮੇਟੀ ਨੂੰ ਚਾਹੀਦਾ ਕਿ ਇਹਨਾਂ ਨੂੰ ਫੜ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ। ਸੜਕ, ਗਲੀ ਜਾਂ ਫਿਰ ਕੋਈ ਖਾਲੀ ਪਲਾਟ, ਆਵਾਰਾ ਜਾਨਵਰਾਂ ਦੀ ਇਹ ਲੜਾਈ ਹਰ ਥਾਂ ਤੇ ਵੇਖਣ ਨੂੰ ਮਿਲ ਜਾਂਦੀ ਹੈ। ਬਚਣ ਦੇ ਲਈ ਤੁਹਾਨੂੰ ਹੀ ਰਾਹ ਛੱਡਣਾ ਪੈਂਦਾ ਹੈ ਜਾਂ ਫਿਰ ਰਾਹ ਬਦਲਣਾ ਹੀ ਪੈ ਸਕਦਾ ਹੈ। ਸੜਕਾਂ ਤੇ ਜਾਨਵਰਾਂ ਦੀ ਫਾਈਟਿੰਗ ਦੀਆਂ ਇਹ ਤਸਵੀਰਾਂ ਲੋਕਾਂ ਨੂੰ ਆਪਣਾ ਰਾਹ ਬਦਲਣ ਦੇ ਲਈ ਮਜਬੂਰ ਕਰ ਰਹੀਆਂ ਨੇ। ਇਹ ਮੋਗਾ ਦੇ ਇਹ ਆਵਾਰਾ ਜਾਨਵਰ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ। ਇੱਥੇ ਦੇਖੋ ਜੀ, ਕੁਝ ਵੀ ਹਾਦਸਾ ਹੋ ਸਕਦਾ ਜੀ, ਵਿਚਾਲੇ ਆ ਤੇ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ, ਹਨਾ। ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਹੱਲ ਕੀਤਾ ਜਾਵੇ? ਜੇ ਜੀ ਆਪਾਂ ਟੈਕਸ ਭਰ ਰਹੇ ਹਾਂ ਸਰਕਾਰ ਨੂੰ ਤਾਂ ਇਹਨਾਂ ਚੀਜ਼ ਦਾ ਹੱਲ ਹੋਣਾ ਚਾਹੀਦਾ। ਜੇ ਕੱਲ੍ਹ ਨੂੰ ਕੁਝ ਨੁਕਸਾਨ ਹੁੰਦਾ, ਜ਼ਿੰਮੇਵਾਰ ਕੌਣ ਆ? ਸਰਕਾਰ ਹੀ ਹੋਊਗੀ ਜੀ। ਬਾਈ ਜੀ, ਅਵਾਰਾ ਪਸ਼ੂਆਂ ਨੂੰ ਵੇਖ ਕੇ ਤਾਂ ਬਹੁਤ ਬੁਰਾ ਹਾਲ ਹੈ। ਜਦੋਂ ਅਸੀਂ ਸਵੇਰ 4-5 ਵਜੇ ਉੱਠ ਕੇ ਕਿਤੇ ਘਰੋਂ ਸੈਰ ਕਰਨ ਬਾਹਰ ਨਿਕਲਦੇ ਹਾਂ ਤੇ ਹਰ ਰੋਜ਼ ਨਵੇਂ ਪਸ਼ੂਆਂ ਨੂੰ ਵੇਖਣ ਨੂੰ ਮਿਲਦੇ ਆ। ਗਲੀਆਂ ਭਰੀਆਂ ਫਿਰਦੀਆਂ, ਉਹਨਾਂ ਗਲਾਂ 'ਚ ਰੱਸੇ ਪਾਏ ਹੋਏ ਆ। ਸਰਕਾਰ ਪਤਾ ਨਹੀਂ ਕਿਉਂ ਨਹੀਂ ਕਰਦੀ, ਜਾਂ ਕਮੇਟੀ ਵਾਲੇ ਕਿਉਂ ਨਹੀਂ ਕਰਦੇ। ਮੋਗਾ ਦਾ ਗੀਤਾ ਭਵਨ ਚੌਕ ਦੇ ਨੇੜੇ ਗਾਂਧੀ ਰੋਡ, ਜੀਟੀ ਰੋਡ ਵਿੱਚ ਕਈ ਜਾਨਵਰ ਇਕੱਠੇ ਬਹਿੰਦੇ ਅਤੇ ਲੜਦੇ ਨਜ਼ਰ ਆਉਂਦੇ ਨੇ। ਕੁਝ ਦਿਨ ਪਹਿਲਾਂ ਹੀ ਇੱਕ ਜੀਪ ਇੱਕ ਜਾਨਵਰ ਦੇ ਨਾਲ ਟਕਰਾਈ ਅਤੇ ਬੇਕਾਬੂ ਹੋ ਕੇ ਸੋਹਰੇ ਲੋਕਾਂ ਦੇ ਚੜ੍ਹ ਗਈ, ਜਿਸ ਦੇ ਕਰਕੇ ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਸੜਕਾਂ ਤੇ ਘੁੰਮ ਰਹੀ ਇਸ ਖੁੱਲੀ ਮੌਤ ਦੀ ਵਜ੍ਹਾ ਕਰਕੇ ਆਮ ਲੋਕ ਵੀ ਪਰੇਸ਼ਾਨ ਨੇ ਤੇ ਉਹਨਾਂ ਦਾ ਸਵਾਲ ਇੱਕੋ ਹੈ ਕਿ ਇਹਨਾਂ ਦਾ ਹੱਲ ਆਖਿਰ ਕਦੋਂ ਕੱਢਿਆ ਜਾਵੇਗਾ। ਜ਼ਰੂਰਤ ਹੈ ਕਿ ਇਸ ਤਰ੍ਹਾਂ ਜਿਹੜੇ ਅਵਾਰਾ ਪਸ਼ੂ ਹੈ ਇਹਨਾਂ ਤੋਂ ਆਮ ਲੋਕਾਂ ਨੂੰ ਨਿਜਾਤ ਦਿਲਵਾਈ ਜਾਵੇ, ਕਿਉਂਕਿ ਅਗਰ ਸਰਕਾਰਾਂ ਕਾਊਸੈਸ ਦੇ ਨਾਮ ਤੇ ਹਰ ਚੀਜ਼ ਤੇ ਕਾਊਸੈਸ ਲਗਾਇਆ ਹੋਇਆ ਔਰ ਕਾਊਸੈਸ ਦੇ ਨਾਮ ਤੇ ਲੱਖਾਂ ਕਰੋੜਾਂ ਰੁਪਇਆ ਇਕੱਠਾ ਕਰਦੀ ਹੈ, ਤਾਂ ਇਹਨਾਂ ਅਵਾਰਾ ਪਸ਼ੂਆਂ ਦਾ ਬੰਦੋਬਸਤ ਵੀ ਕੀਤਾ ਜਾਣਾ ਚਾਹੀਦਾ ਤਾਂ ਕਿ ਜਾਨੀ ਮਾਨੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ। ਸੜਕਾਂ ਤੇ ਘੁੰਮ ਰਹੇ ਅਵਾਰਾ ਜਾਨਵਰ ਉਦੋਂ ਹੋਰ ਵੀ ਖਤਰਨਾਕ ਹੋ ਜਾਂਦੇ ਆ ਜਦੋਂ ਇਹਨਾਂ ਦੇ ਆਪਸ 'ਚ ਹੀ ਸਿੰਗ ਪਿੜ ਜਾਣ। ਫਿਰ ਤਾਂ ਆਲੇ ਦੁਆਲੇ ਤੋਂ ਲੰਘ ਰਹੇ ਲੋਕਾਂ ਦੇ ਲਈ ਵੀ ਇਹ ਸਿੱਧੇ ਮੌਤ ਦਾ ਦੂਜਾ ਰੂਪ ਬਣ ਜਾਂਦੇ ਆ। ਪਰ ਮੋਗਾ ਦੇ ਲੋਕ ਕੀ ਕਰਨ, ਕਿਉਂਕਿ ਉਹਨਾਂ ਨੂੰ ਹਰ ਮੋੜ ਤੇ ਅਜਿਹੀ ਬੁੱਲ ਫਾਈਟਿੰਗ ਰੋਜ਼ਾਨਾ ਦੇਖਣ ਨੂੰ ਮਿਲਦੀ ਹੈ। ਮੋਗਾ ਹੀ ਕਿਉਂ, ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ ਤੇ ਜਵਾਬ ਦੇਣ ਵਾਲਾ ਕੋਈ ਲੱਭਦਾ ਨਹੀਂ। ਸਵਿਟਜ਼ਰਲੈਂਡ ਵਿੱਚ ਪਾਲਤੂ ਕੁੱਤਿਆਂ ਤੇ ਟੈਕਸ, ਆਇਰਲੈਂਡ ਵਿੱਚ ਗਾਂ ਦੇ ਗੋਬਰ ਚੋਂ ਨਿਕਲਦੀ ਮੀਥੇਨ ਗੈਸ ਤੇ ਟੈਕਸ, ਸਵੀਡਨ ਵਿੱਚ ਬੱਚਿਆਂ ਦੇ ਅਜੀਬੋ ਗਰੀਬ ਨਾਵਾਂ ਤੇ ਟੈਕਸ, ਅਮਰੀਕਾ ਦੇ ਅਲਬਾਮਾ ਵਿੱਚ ਤਾਸ਼ ਖਰੀਦਣ ਤੇ ਟੈਕਸ, ਅਮਰੀਕਾ ਦੇ ਹੀ ਆਰਕੈਂਸਸ ਵਿੱਚ ਟੈਟੂ ਬਣਵਾਉਣ ਤੇ ਟੈਕਸ, ਅਮਰੀਕਾ ਦੇ ਐਰੀਜ਼ੋਨਾ ਬਰਫ਼ ਖਰੀਦਣ ਤੇ ਟੈਕਸ। ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਟੈਕਸ ਲਾਏ ਜਾਣ ਦੀਆਂ ਇਹ ਉਦਾਹਰਨਾਂ ਨੇ ਜਿਨ੍ਹਾਂ ਦਾ ਜ਼ਿਕਰ ਸਭ ਤੋਂ ਅਜੀਬ ਟੈਕਸਾਂ ਵਿੱਚ ਕੀਤਾ ਜਾਂਦਾ ਹੈ। ਸਾਲ 2017 ਵਿੱਚ ਪੰਜਾਬ ਸਰਕਾਰ ਨੇ ਜਦੋਂ ਕਾਓ ਸੈਸ ਦਾ ਐਲਾਨ ਕੀਤਾ ਤਾਂ ਉਸ ਵੇਲੇ ਜਿਨ੍ਹਾਂ ਚੀਜ਼ਾਂ ਤੇ ਟੈਕਸ ਲਾਇਆ ਗਿਆ ਸੀ ਉਹ ਹੈਰਾਨ ਕਰਨ ਵਾਲੀਆਂ ਸਨ। 2017 ਵਿੱਚ ਪੰਜਾਬ ਵਿੱਚ ਕਾਓ ਸੈਸ ਦੀ ਸ਼ੁਰੂਆਤ ਦੇ ਵਿੱਚ ਨਵੀਂ ਕਾਰ ਖਰੀਦਣ ਤੇ 1000 ਰੁਪਏ ਦਾ ਕਾਓ ਸੈਸ ਲਾਇਆ ਗਿਆ ਸੀ, ਜਦਕਿ ਵਿਦੇਸ਼ੀ ਸ਼ਰਾਬ ਦੀ ਹਰ ਬੋਤਲ ਦੇ ਉੱਤੇ 10 ਰੁਪਏ ਕਾਓ ਸੈਸ ਦਾ ਐਲਾਨ ਕੀਤਾ ਗਿਆ। ਬੀਅਰ ਅਤੇ ਦੇਸੀ ਸ਼ਰਾਬ ਦੀ ਹਰ ਬੋਤਲ ਤੇ 5 ਰੁਪਏ ਕਾਓ ਸੈਸ, ਜਦਕਿ ਬਿਜਲੀ ਦੇ ਬਿੱਲ ਤੇ 2 ਪੈਸੇ ਫੀ ਯੂਨਿਟ ਕਾਓ ਸੈਸ ਦਾ ਐਲਾਨ ਹੋਇਆ। ਗਾਂ ਧਨ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਨੇ 2017 ਦੇ ਵਿੱਚ ਕਾਓ ਸੈਸ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਜਿਹੜੀਆਂ ਅਵਾਰਾ ਸੜਕਾਂ ਤੇ ਗਾਵਾਂ ਮੱਝਾਂ ਫਿਰਦੀਆਂ ਹੈਗੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ। ਔਰ 2017 ਦੇ ਵਿੱਚ ਕਾਰਾਂ ਤੇ ਟੈਕਸ ਲਗਾਇਆ ਗਿਆ ਸੀ, 2 ਪਹੀਆ ਵਾਹਨਾਂ ਤੇ ਟੈਕਸ ਲਗਾਇਆ ਸੀ, ਇੱਥੇ ਤੱਕ ਕਿ ਸ਼ਰਾਬ ਬੀਅਰ ਤੇ ਵੀ ਕਾਓ ਸੈਸ ਜਿਹੜਾ ਸੀ ਉਹ ਲਗਾਇਆ ਗਿਆ ਸੀਗਾ। ਸੋ ਕਾਓ ਸੈਸ ਨਾਂ ਦੇ ਟੈਕਸ ਨੂੰ ਲਾਉਣ ਵਾਲਾ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਤਾਂ ਇਸ ਦੀ ਵਸੂਲੀ ਵੀ ਹੋਈ, ਪਰ ਇਸ ਵਸੂਲ ਕੀਤੇ ਟੈਕਸ ਦੀ ਵਰਤੋਂ ਕਿੱਥੇ ਹੋਈ ਹੈ ਇਹ ਅਜੇ ਵੀ ਸਵਾਲ ਹੈ। ਜਲੰਧਰ ਦੇ ਵੱਖੋ-ਵੱਖ ਥਾਵਾਂ ਤੇ ਜਿੱਥੇ ਵੀ ਨਿਊਜ਼ 18 ਦਾ ਕੈਮਰਾ ਘੁੰਮਿਆ ਤਸਵੀਰਾਂ ਉਹੋ ਜਿਹੀਆਂ ਹੀ ਨਜ਼ਰ ਆਈਆਂ। ਆਵਾਰਾ ਘੁੰਮਦੇ ਜਾਨਵਰ, ਆਪਸ ਵਿੱਚ ਲੜਦੇ ਜਾਨਵਰ, ਲੋਕਾਂ ਨੂੰ ਡਰਾਉਂਦੇ ਜਾਨਵਰ, ਰਾਹਗੀਰਾਂ ਨੂੰ ਭਜਾਉਂਦੇ ਜਾਨਵਰ। ਨਤੀਜਾ ਉਹੀ ਹੈ ਕਿ ਲੋਕ ਖੌਫਜ਼ਦਾ ਨੇ ਅਤੇ ਸਵਾਲ ਪ੍ਰਸ਼ਾਸਨ ਨੂੰ ਪੁੱਛ ਰਹੇ ਨੇ।
ਭਾਜੀ ਨੁਕਸਾਨ ਤਾਂ ਜ਼ਿਆਦਾ ਹੀ ਹੁੰਦਾ, ਕੋਈ ਗੱਡੀਆਂ 'ਚ ਵੱਜ ਰਹੀਆਂ ਜਾਂ ਕੋਈ ਉੱਦਾਂ ਮਾਰ ਰਹੀਆਂ ਭਾਜੀ। ਇਹਨਾਂ ਵੈਸੇ ਜਿੰਨੀਆਂ ਵੀ ਇਹਨਾਂ ਦੀ ਗਊਸ਼ਾਲਾ ਨੇ ਜਾਂ ਤਾਂ ਇਹਨਾਂ ਨੂੰ ਚੱਕ ਕੇ ਗਊਸ਼ਾਲਾ 'ਚ ਦੇ ਦਿੱਤਾ ਜਾਵੇ ਇਹਨਾਂ ਨੂੰ, ਤੇ ਜਾਂ ਇਹਨਾਂ ਦਾ ਕੋਈ ਹੱਲ ਕਰ ਦੇਣਾ ਚਾਹੀਦਾ ਭਾਜੀ। ਜਦੋਂ ਕੋਈ ਇਹਨਾਂ ਗੱਡੀ ਨਾਲ ਵੱਜਦੀ ਆ ਜਾਂ ਮਾਰਦੀ ਆ, ਤੜਫ ਕੇ ਮਰਦੀ ਆ ਇਹ ਭਾਜੀ, ਉਹਦਾ ਆਪੇ ਬੰਦਾ ਦੇਖ ਨਹੀਂ ਸਕਦਾ। ਇਹਨਾਂ ਸਰਕਾਰ ਨੂੰ ਚਾਹੀਦਾ ਵੀ ਜਿੰਨੇ ਵੀ ਆਵਾਰਾ ਪਸ਼ੂ ਆ ਨਾ ਚੱਕ ਕੇ ਜਾਂ ਤਾਂ ਗਊਸ਼ਾਲਾ ਦੇ ਦੇਣ ਜਾਂ ਤਾਂ ਨਾ ਕੋਈ ਚੱਕ ਕੇ ਬੁੱਚੜਖਾਨੇ 'ਚ ਦੇ ਦੇਣ, ਕਿਉਂਕਿ ਭਾਜੀ ਉੱਦਾਂ ਹੀ ਮਰਦੀਆਂ ਪਈਆਂ ਇਹ। ਇਹ ਤਸਵੀਰਾਂ ਉਹਨਾਂ ਸ਼ਹਿਰਾਂ ਦੀਆਂ ਨੇ ਜੋ ਪੰਜਾਬ ਦੇ ਮੁੱਖ ਸਨਅਤੀ ਸ਼ਹਿਰਾਂ ਵਿੱਚ ਸ਼ਾਮਿਲ ਨੇ। ਅਜਿਹੇ ਵਿੱਚ ਪ੍ਰਸ਼ਾਸਨ ਕਾਓ ਸੈਸ ਦੀ ਇਸ ਵਰਤੋਂ ਜਾਂ ਹੁਣ ਤੱਕ ਹੋਈ ਦੁਰਵਰਤੋਂ ਦਾ ਮਸਲਾ ਕਿਵੇਂ ਹੱਲ ਕਰੇਗਾ, ਇਹ ਵੇਖਣਾ ਹੋਵੇਗਾ। ਗਾਵਾਂ ਜਿਹੜੀਆਂ ਹੈਗੀਆਂ ਅਵਾਰਾ ਫਿਰ ਰਹੀਆਂ ਨੇ, ਪਰ ਇਹੀ ਤਸਵੀਰਾਂ ਜੇ ਅਸੀਂ ਸਵੇਰ ਨੂੰ ਦੇਖੀਏ, ਇਸ ਵੇਲੇ ਸ਼ਾਮ ਦਾ ਸਮਾਂ ਹੈਗਾ, ਇਹੀ ਤਸਵੀਰਾਂ ਜੇ ਸਵੇਰ ਨੂੰ ਦੇਖੀਏ ਤਾਂ ਤਸਵੀਰਾਂ ਕੁਝ ਹੋਰ ਹੁੰਦੀਆਂ ਨੇ। ਇਹ ਗਾਵਾਂ ਮੰਡੀ ਦੇ ਵਿੱਚ ਵੀ ਨਜ਼ਰ ਆਉਂਦੀਆਂ ਨੇ ਤੇ ਬਾਹਰ ਜਿਹੜੀ ਮੇਨ ਸੜਕ ਹੈਗੀ ਹੈ ਜਿਹੜੀ ਵਿਧੀਪੁਰ ਵੱਲ ਨੂੰ ਜਾਂਦੀ ਹੈਗੀ ਆ, ਜ਼ਿਆਦਾਤਰ ਗਾਵਾਂ ਜਿਹੜੀਆਂ ਉੱਥੇ ਨਜ਼ਰ ਆਉਂਦੀਆਂ ਨੇ ਔਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਜ਼ਰੂਰ ਹੁੰਦੀਆਂ ਨੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਨਿਊਜ਼ ਨੈਟਵਰਕ, ਜਲੰਧਰ। ਸੋ ਕਾਓ ਸੈਸ ਦੇ ਨਾਂ ਤੇ ਪਿਛਲੇ ਸਾਲਾਂ ਦੌਰਾਨ ਇਕੱਠਾ ਕੀਤਾ ਗਿਆ ਖਜ਼ਾਨਾ ਆਖਿਰ ਵਰਤਿਆ ਕਿੱਥੇ ਗਿਆ? ਇਸ ਖਜ਼ਾਨੇ ਦੀ ਵਰਤੋਂ ਨੂੰ ਪਾਰਦਰਸ਼ੀ ਬਣਾਉਣ ਲਈ ਕਦਮ ਕੀ ਚੁੱਕੇ ਗਏ? ਤੇ ਜੇਕਰ ਪਿਛਲੀਆਂ ਸਰਕਾਰਾਂ ਵੱਲੋਂ ਊਣਤਾਈਆਂ ਵਰਤੀਆਂ ਗਈਆਂ ਨੇ ਤਾਂ ਹੁਣ ਐਕਸ਼ਨ ਕੀ ਇਹਨਾਂ ਮਾਮਲਿਆਂ 'ਚ ਲਿਆ ਜਾਏਗਾ? ਇਹ ਸਾਰੇ ਸਵਾਲ ਨੇ ਜਿਸ ਦਾ ਜਵਾਬ ਤੁਸੀਂ ਹੀ ਨਹੀਂ, ਸੜਕਾਂ ਤੇ ਘੁੰਮ ਰਹੇ ਅਵਾਰਾ ਜਾਨਵਰ ਵੀ ਜਾਨਣਾ ਚਾਹੁੰਦੇ ਨੇ। ਪਰ ਕੀ ਜਵਾਬ ਮਿਲੇਗਾ? ਸਵਾਲ ਕਾਇਮ ਹੈ ਸਾਡੀ ਇਸ ਖਾਸ ਪੇਸ਼ਕਸ਼ 'ਚ। ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।